क्लास 8th चैप्टर नंबर 3 सिंथेटिक फाइबर एंड प्लास्टिक। आप चैप्टर पढ़ना है 3rd जिसका नाम है सिंथेटिक फाइबर एंड प्लास्टिक। फर्स्ट कहते कि द क्लोथ्स विच वी ਵੀਅਰ इन मेड ऑफ फाइबरिक्स। ਜਿਹੜੇ ਕਲੋਥ ਜਿਹੜੇ ਆਪਾਂ ਪਾਉਂਦੇ ਆ ਉਹ ਕਿੰਨੇ ਵੱਖਰੇ ਵੱਖਰੇ ਫੈਬਰਿਕਸ ਦੇ ਬਣੇ ਨੇ। ਫੈਬਰਿਕਸ ਮਤਲਬ ਕੀ ਹੋ ਗਿਆ ਕਿ ਜਿਵੇਂ ਕਿ ਧਾਗਿਆਂ ਦੇ ਬਣੇ ਹੋਏ ਹੁੰਦੇ ਨੇ। ਫੈਬਰਿਕਸ ਆਰ ਮੇਡ ਫਰੋਮ ਫਾਈਬਰਸ obtained from natural or artificial sources। ਹੁਣ ਫੈਬਰਿਕ ਵੀ ਜਿਹੜੇ ਨੇ ਵੱਖਰੇ ਵੱਖਰੇ ਫਾਈਬਰਸ ਦੇ ਬਣੇ ਹੋਏ ਹੁੰਦੇ ਨੇ। ਕੁਝ ਤਾਂ ਨੈਚੁਰਲ ਹੁੰਦੇ ਨੇ, ਕੁਝ ਕੀ ਹੁੰਦੇ ਨੇ ਆਰਟੀਫਿਸ਼ੀਅਲ ਸੋਰਸ ਹੁੰਦੇ ਨੇ। ਕੈਨ ਯੂ ਨੇਮ ਸਮ ਨੈਚੁਰਲ ਫਾਈਬਰ? ਕੀ ਤੁਸੀਂ ਕੁਝ ਨੈਚੁਰਲ ਫਾਈਬਰ ਦੇ ਨਾਮ ਦੱਸ ਸਕਦੇ ਹੋ? ਫਾਈਬਰ ਜਿਹੜੇ ਹੈਗੇ ਨੇ ਉਹ ਕੀ ਨੇ, ਕਾਫੀ ਸਾਰੇ ਜਿਹੜੇ ਆਪਣਾ ਘਰ ਕੰਮ ਕਰਦੇ ਆ ਨਾ, ਉਹ ਜਿਹੜੀਆਂ ਚੀਜ਼ਾਂ ਦੇ ਵਿੱਚ ਵੀ ਵਰਤੇ ਜਾਂਦੇ ਹੈਗੇ ਨੇ। ਮੇਕ ਅ ਲਿਸਟ ਆਫ ਕੋਮਨ ਆਰਟੀਕਲਸ ਮੇਡ ਫਰੋਮ ਫਾਈਬਰ। ਕਹਿੰਦੇ ਕੁਝ ਲਿਸਟ ਬਣਾਓ ਜਿਹਦੇ ਵਿੱਚ ਕਿ ਤੁਸੀਂ ਕੀ ਹੈ ਕੁਝ ਫਾਈਬਰਸ ਦੇ ਨਾਮ ਲਿਖੋ। ਹੁਣ ਆਮ ਤੌਰ 'ਤੇ ਫਾਈਬਰਸ ਕਿਹੜੇ ਹੁੰਦੇ ਨੇ, ਜਿਵੇਂ ਆਪਾਂ ਘਰ ਦੇ ਵਿੱਚ ਕੀ ਜਿਹੜਾ ਕੱਪੜੇ ਪਾਉਂਦੇ ਆ ਉਹ ਵੀ ਫਾਈਬਰ ਦੇ ਬਣੇ ਹੋਣਗੇ। ਪੋਚਾ ਵਗੈਰਾ ਜੋ ਹੁੰਦਾ ਹੈ ਇਹ ਫਾਈਬਰ ਦਾ ਹੁੰਦਾ ਹੈਗਾ। ਬੈੱਡ ਸ਼ੀਟਸ ਹੋਣਗੀਆਂ, ਇਹ ਸਾਰੀਆਂ ਕੀ ਨੇ ਫਾਈਬਰ ਦੀਆਂ ਬਣੀਆਂ ਹੁੰਦੀਆਂ ਨੇ। ਠੀਕ ਹੈ, ਹਾਂਜੀ। ਕਹਿੰਦੇ ਹੁਣ ਯੂ ਹੈਵ ਰੀਡ ਇਨ ਯੂਅਰ ਪ੍ਰੀਵੀਅਸ ਕਲਾਸ, ਤੁਸੀਂ ਆਦੀਆਂ ਪਿਛਲੀਆਂ ਕਲਾਸਿਸ 'ਚ ਪੜ੍ਹਿਆ ਹੈ ਨੈਚੁਰਲ ਫਾਈਬਰ ਜਿਵੇਂ ਕਿ ਹੋ ਗਿਆ ਕਾਟਨ, ਵੁੱਲ, ਸਿਲਕ, ਇਹ ਸਾਰੇ ਕੀ ਨੇ ਆਪਾਂ ਨੂੰ ਮਿਲਦੇ ਨੇ ਪਲਾਂਟਸ ਤੋਂ ਮਿਲਦੇ ਨੇ ਅਤੇ ਐਨੀਮਲਸ ਤੋਂ ਮਿਲਦੇ ਨੇ। ਦ ਸਿੰਥੈਟਿਕ ਫਾਈਬਰ ਔਨ ਦਾ ਅਦਰ ਹੈਂਡ, ਜਿਹੜੇ ਸਿੰਥੈਟਿਕ ਫਾਈਬਰ ਜਿਹੜੇ ਕੀ ਹੁੰਦੇ ਹੈਗੇ ਨੇ ਜਿਹੜੇ ਕਿ ਹਿਊਮਨ ਨੇ ਬਣਾਏ ਹੁੰਦੇ ਨੇ, ਇਸ ਕਰਕੇ ਉਹਨਾਂ ਨੂੰ ਸਿੰਥੈਟਿਕ ਫਾਈਬਰ ਕਿਹਾ ਜਾਂਦਾ ਜਾਂ ਕੀ ਇਹ ਮੈਨ ਮੇਡ ਫਾਈਬਰ ਕਿਹਾ ਜਾਂਦਾ ਹੈ। ਹੁਣ ਵਾਟ ਆਰ ਸਿੰਥੈਟਿਕ ਫਾਈਬਰ? ਸਿੰਥੈਟਿਕ ਫਾਈਬਰ ਹੁੰਦਾ ਕੀ? ਟਰਾਈ ਟੂ ਰਿਕਾਲ ਦ ਯੂਨੀਫਾਰਮ ਪੈਟਰਨ ਫਾਊਂਡ ਇਨ ਨੈਕਲਸ। ਕਹਿੰਦੇ ਜਿਵੇਂ ਤੁਸੀਂ ਉਹ ਨੈਕਲਸ ਦਾ ਵੇਖੋ ਪੈਟਰਨ ਜਿਵੇਂ ਹੈਗਾ, ਜਿਹਦੇ ਨਾਲ ਕੀ ਹੁੰਦੇ ਨੇ ਬੀਡਸ ਜਿਹੜੇ ਹੈਗੇ ਨੇ ਇੱਕ ਦੂਜੇ ਨਾਲ ਇੱਦਾਂ ਜੁਆਇਨ ਕੀਤੇ ਹੁੰਦੇ ਨੇ। ਜਿਵੇਂ ਫਸਟ ਫਿਗਰ ਏ ਦੇ ਵਿੱਚ ਦੇਖ ਲਓ ਤੁਸੀਂ, ਪੇਪਰ ਕਲਿਪਸ ਦੇਖੋ ਸੈਕਿੰਡ ਫਿਗਰ ਦੇ ਵਿੱਚ ਜਿਵੇਂ ਉਹਨਾਂ ਨੂੰ ਲੌਂਗ ਚੇਨ ਬਣਾਈ ਗਈ ਹੈਗੀ ਹੈ। ਅਤੇ ਇਹ ਕੀ ਹੈਗੇ ਨੇ, ਇਹਨਾਂ ਦੇ ਵਿੱਚ ਸਿਮਿਲਰਿਟੀਜ਼ ਕੀ ਨੇ? ਸਿੰਥੈਟਿਕ ਫਾਈਬਰ ਇੱਕ ਚੇਨ ਹੁੰਦੀ ਹੈ ਜਿਹਦੇ 'ਚ ਕੀ ਹੁੰਦੇ ਨੇ ਸਮਾਲ ਯੂਨਿਟਸ, ਜਿਹੜੀ ਕਿ ਛੋਟੇ ਛੋਟੇ ਯੂਨਿਟਸ ਨੇ ਉਹਨਾਂ ਨੂੰ ਇਕੱਠਾ ਕੀਤਾ ਹੋਇਆ ਹੁੰਦਾ ਹੈ। ਈਚ ਸਮਾਲ ਯੂਨਿਟ ਇਜ਼ ਐਕਚੁਅਲੀ ਏ ਕੈਮੀਕਲ ਸਬਸਟੈਂਸ। ਹਰ ਇੱਕ ਕੋਈ ਵੀ ਸਮਾਲ ਯੂਨਿਟ ਜਿਹੜੀ ਹੈਗੀ ਉਹ ਕਿ ਇੱਕ ਕੈਮੀਕਲ ਸਬਸਟੈਂਸ ਹੁੰਦਾ ਹੈ। ਬਹੁਤ ਸਾਰੀਆਂ ਜਿਹੜੀਆਂ ਸਮਾਲ ਯੂਨਿਟਸ ਨੂੰ ਜਦੋਂ ਕੰਬਾਈਨ ਕਰਕੇ ਇੱਕ ਲਾਰਜ ਸਿੰਗਲ ਯੂਨਿਟ ਬਣਾਈ ਜਾਂਦੀ ਨਾ, ਉਹਨੂੰ ਕੀ ਕਿਹਾ ਜਾਂਦਾ ਹੈ? ਪੋਲੀਮਰ। ਦਾ ਵਰਡ ਜਿਹੜਾ ਪੋਲੀਮਰ ਹੈ ਨਾ, ਇਹ ਦੋ ਵਰਡਸ ਤੋਂ ਆਇਆ। ਕਿਹੜੇ ਵਰਡ ਸੀ? ਕਿ ਗ੍ਰੀਕ ਵਰਡ ਸੀ। ਇੱਕ ਵਰਡ ਹੋ ਗਿਆ ਪੋਲੀ, ਇੱਕ ਹੋ ਗਿਆ ਮਰ। ਪੋਲੀ ਦਾ ਮਤਲਬ ਕੀ ਹੈਗਾ ਹੈ ਮੈਨੀ, ਮਰ ਦਾ ਮਤਲਬ ਕੀ ਹੈ ਪਾਰਟਸ ਵਿੱਚ। ਸੋ ਪੋਲੀਮਰ ਇੱਕ ਕੀ ਹੈ ਰਿਪੀਟਿੰਗ ਯੂਨਿਟਸ ਹੈ, ਵਾਰੀ ਵਾਰੀ ਕੋਈ ਯੂਨਿਟਸ ਰਿਪੀਟ ਹੁੰਦੀ ਹੈ। ਪੋਲੀਮਰ ਅਕਰ ਇਨ ਨੈਚੁਰਲ ਆਲਸੋ, ਨੇਚਰ ਆਲਸੋ। ਪੋਲੀਮਰ ਜਿਹੜੇ ਹੈਗੇ ਨੇ ਨੇਚਰ ਤੋਂ ਵੀ ਮਿਲਦੇ ਨੇ, ਜਿਵੇਂ ਕਿ ਕਾਟਨ ਹੋ ਗਈ ਐਗਜ਼ਾਮਪਲ ਹੈ ਪੋਲੀਮਰ ਕਾਲਡ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਸੈਲੂਲੋਸ। ਸੈਲੂਲੋਸ ਕਿਵੇਂ ਬਣ ਜਾਂਦਾ? ਲਾਰਜ ਨੰਬਰ ਆਫ ਗਲੂਕੋਜ਼ ਯੂਨਿਟਸ ਨਾਲ। ਅੱਗੇ ਆਪਾਂ ਪੜ੍ਹਨ ਲੱਗੇ ਹਾਂ ਟਾਈਪਸ। ਸਿੰਥੈਟਿਕ ਫਾਈਬਰਸ ਦੀਆਂ ਟਾਈਪਸ ਕੀ ਹੁੰਦੀਆਂ ਨੇ? ਸਭ ਤੋਂ ਪਹਿਲੀ ਆ ਗਈ ਰਿਓਨ, ਜਿਵੇਂ ਆਪਣੇ ਘਰਾਂ ਦੀ ਗਲੀਚੇ ਹੋ ਗਏ। ਠੀਕ ਹੈ, ਕਹਿੰਦੇ ਤੁਸੀਂ ਆਦੀ 7th ਕਲਾਸ 'ਚ ਪੜ੍ਹ ਕੇ ਆਏ ਕਿ ਸਿਲਕ ਫਾਈਬਰ ਜਿਹੜੀ ਹੈਗੀ, ਸਾਨੂੰ ਸਿਲਕ ਵਰਮ ਪਤਾ ਹੈ ਨਾ ਕਿ ਸਿਲਕ ਵਰਮ ਦੇ ਇੱਕ ਕੀੜਾ ਹੁੰਦਾ ਹੈਗਾ ਹੈ, ਉਹਦੇ ਤੋਂ ਮਿਲਦੀ ਆਪਾਂ ਨੂੰ ਸਿਲਕ, ਜਿਹਨੂੰ ਡਿਸਕਵਰ ਕੀਤਾ ਗਿਆ ਸੀ ਚਾਈਨਾ ਵਿੱਚ, ਅਤੇ ਫਿਰ ਕੀ ਉਹਨੂੰ ਕਾਫੀ ਟਾਈਮ ਤੱਕ ਕੀ ਇਹ ਸੀਕਰੇਟ ਰੱਖਿਆ ਗਿਆ ਸੀ। ਫੈਬਰਿਕ obtained ਫਰੋਮ ਸਿਲਕ ਫਾਈਬਰ ਵਾਜ਼ ਵੈਰੀ ਕੋਸਟਲੀ। ਪਰ ਜਿਹੜੀ ਇਹ ਸਿਲਕ ਵਾਲੀ ਹੁੰਦੀ ਹੈ ਨਾ, ਆਮ ਤੌਰ 'ਤੇ ਆਪਾਂ ਸੂਟ ਲੈਣੀ ਜਾਈਏ ਸਿਲਕ ਦਾ, ਅਤੇ ਉਹ ਕਿੰਨਾ ਕੋਸਟਲੀ ਹੁੰਦਾ ਨਾ। ਜਿਹੜੀ ਇਹਦੀ ਫੈਬਰਿਕ ਹੁੰਦੀ ਉਹ ਵੀ ਕੀ ਹੈ ਕੋਸਟਲੀ ਹੁੰਦੀ ਹੈਗੀ ਹੈ। ਬਟ ਇਟਸ ਬਿਊਟੀਫੁਲ ਟੈਕਸਚਰ। ਬਟ ਕੀ ਹੁਣ ਸਿਲਕ ਦਾ ਜੋ ਵੀ ਕੱਪੜਾ ਹੁੰਦਾ ਉਹ ਕੀ ਕਾਫੀ ਜ਼ਿਆਦਾ ਸ਼ਾਈਨ ਕਰਦਾ ਹੁੰਦਾ ਹੈ, ਅਤੇ ਉਹਦੇ ਕੀ ਇਹ ਟੈਕਸਚਰ ਬਿਊਟੀਫੁਲ ਹੁੰਦੀ ਹੈਗੀ, ਫੈਸੀਨੇਟ ਸਾਰਿਆਂ ਨੂੰ ਆਪਦੇ ਵੱਲ ਕੀ ਇਹ ਖਿੱਚ ਲੈਂਦੀ ਹੈ। ਅਟੈਂਪਟਸ ਵਰ ਮੇਡ ਟੂ ਮੇਕ ਸਿਲਕ ਆਰਟੀਫਿਸ਼ਲੀ, ਕਈ ਕੀ ਸਿਲਕ ਆਰਟੀਫਿਸ਼ਲ ਸਿਲਕ ਵੀ ਬਣਾਏਗੀ। ਟੂਵਰਡ ਦਾ ਐਂਡ ਆਫ 19th ਸੈਂਚਰੀ, ਜਦੋਂ ਕਿ 19ਵੀਂ ਸੈਂਚਰੀ ਦਾ ਐਂਡ ਹੋਇਆ, ਸਾਇੰਟਿਸਟ ਨੇ ਸਕਸੈਸਫੁਲੀ ਓਬਟੇਨ ਕਰ ਲਈ ਇੱਕ ਫਾਈਬਰ ਜਿਹਦੀਆਂ ਕਿ ਕਾਫੀ ਸਾਰੀਆਂ ਪ੍ਰੋਪਰਟੀ ਸੀ ਸਿਲਕ ਵਰਗੀਆਂ ਸੀ। ਇਹ ਵਾਲੀ ਫਾਈਬਰ ਨੂੰ ਉਹਨਾਂ ਨੇ ਕੈਮੀਕਲ ਟਰੀਟਮੈਂਟ ਕੀਤਾ ਸੀਗਾ ਵੁੱਡ ਪਲਪ ਦੇ ਉੱਤੇ। ਜਿਹੜੀ ਇਹ ਫਾਈਬਰ ਦਾ ਨਾਮ ਉਹਨਾਂ ਨੇ ਕੀ ਦਿੱਤਾ? ਰਿਓਨ ਜਾਂ ਆਰਟੀਫਿਸ਼ਲ ਸਿਲਕ। ਆਲਥੋ ਰਿਓਨ ਜਿਹੜਾ ਹੈਗਾ ਹੈ ਉਹ ਕਿ ਇੱਕ ਨੈਚੁਰਲ ਰਿਸੋਰਸ ਹੈਗਾ ਹੈ, ਵੁੱਡ ਪਲਪ ਤੋਂ ਹੀ ਬਣਿਆ ਹੈ। ਯਟ ਇਟ ਇਜ਼ ਏ ਮੈਨ ਮੇਡ ਫਾਈਬਰ, ਪਰ ਇਹ ਫਿਰ ਕੀ ਮੈਨ ਮੇਡ ਫਾਈਬਰ ਹੋ ਗਈ ਕਿਉਂਕਿ ਇਹਦੇ ਵਿੱਚ ਕੀ ਨੇ ਕੈਮੀਕਲਸ ਮਿਲਾਏ ਗਏ ਸੀਗੇ। ਇਟ ਇਜ਼ ਚੀਪਰ ਦੈਨ ਸਿਲਕ, ਇਹ ਕੀ ਸਿਲਕ ਨਾਲੋਂ ਸਸਤੀ ਸੀਗੀ, ਅਤੇ ਕੀ ਇਹ ਪਰ ਬਣੀ ਸਿਲਕ ਫਾਈਬਰ ਵਰਗੀ ਹੁੰਦੀ ਸੀ। ਇਟ ਕੈਨ ਆਲਸੋ ਬੀ ਡਾਈਡ ਇਨ ਏ ਵਾਈਡ ਵਰਾਇਟੀ ਆਫ ਕਲਰਸ, ਇਹਨੂੰ ਕੀ ਹੈ ਕਾਫੀ ਸਾਰੇ ਕਲਰਸ ਵੀ ਕੀਤੇ ਜਾਂਦੇ ਸੀਗੇ। ਰਿਓਨ ਇਜ਼ ਮਿਕਸਡ with cotton to make bed sheets or mixed with wool to make carpet। ਰਿਓਨ ਨੂੰ ਮਿਕਸ ਕੀਤਾ ਜਾਂਦਾ ਸੀ ਕਾਟਨ ਦੇ ਨਾਲ, ਅਤੇ ਕੀ ਨੇ ਰਿਓਨ ਨੂੰ ਮਿਕਸ ਕੀਤਾ ਜਾਂਦਾ ਸੀਗਾ ਕਾਟਨ ਦੇ ਨਾਲ,
ਤੇ ਬਣਾਈਆਂ ਜਾਂਦੀਆਂ ਸੀਗੀਆਂ ਬੈੱਡ ਸ਼ੀਟਸ ਤੇ ਉਹਨਾਂ ਨੂੰ ਜਦੋਂ ਵੂਲ ਨਾਲ ਮਿਕਸ ਕੀਤਾ ਜਾਂਦਾ ਸੀ ਕੀ ਬਣਾ ਲਿੱਤੇ ਜਾਂਦੇ ਸੀ ਕਾਰਪੇਟ। ਇਹ ਤਾਂ ਹੋ ਗਈ ਗੱਲ ਰਿਓਨ ਦੀ। ਅਗਲੀ ਨਾਈਲਨ। ਨਾਈਲਨ ਵੀ ਇੱਕ ਅਨਦਰ ਮੈਨ ਮੇਡ ਫਾਈਬਰ ਹੈਗੀ ਹੈ ਜਿਹਨੂੰ ਆਪਾਂ ਸਿੰਥੈਟਿਕ ਫਾਈਬਰ ਕਹਿ ਦਾਂਗੇ। 1931 ਵਿੱਚ ਇਹਨੂੰ ਕੀ ਹੈ ਇਟ ਵਾਜ਼ ਮੇਡ ਵਿਦਾਊਟ ਯੂਜ਼ਿੰਗ ਐਨੀ ਨੈਚੁਰਲ ਰਾ ਮਟੀਰੀਅਲ, ਮਤਲਬ ਕਿ ਇਹਨੂੰ ਬਿਨਾਂ ਹੀ ਕਿਸੇ ਵੀ ਨੈਚੁਰਲ ਚੀਜ਼ ਤੋਂ ਬਣਾਇਆ ਗਿਆ ਸੀ। ਇਟ ਵਾਜ਼ ਪ੍ਰੀਪੇਅਰਡ ਫਰੋਮ ਕੋਲ ਵਾਟਰ ਐਂਡ ਏਅਰ। ਇਹਨੂੰ ਕੀ ਹੈ ਕੋਲੇ ਤੋਂ, ਪਾਣੀ ਤੋਂ ਅਤੇ ਹਵਾ ਤੋਂ ਬਣਾਇਆ ਗਿਆ। ਇਹ ਫਸਟ ਫੁੱਲੀ ਸਿੰਥੈਟਿਕ ਫਾਈਬਰ ਸੀਗੀ। ਨਾਈਲਨ ਫਾਈਬਰ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ, ਇਲਾਸਟਿਕ ਅਤੇ ਲਾਈਟ ਹੁੰਦੀ ਹੈ। ਇਹਦੇ 'ਚ ਇਹ ਲਸਚਰਸ ਹੁੰਦੀ ਹੈ, ਚਮਕਲੀ ਵੀ ਹੁੰਦੀ ਹੈ ਅਤੇ ਇਹਨੂੰ ਧੋਣਾ ਵੀ ਆਸਾਨ ਹੁੰਦਾ ਹੈ। ਇਸ ਕਰਕੇ ਆਮ ਤੌਰ 'ਤੇ ਕਲੋਥ ਵਿੱਚ ਜ਼ਿਆਦਾ ਪੋਪੂਲਰ ਮੰਨੀ ਜਾਂਦੀ ਹੈ। ਕਾਫੀ ਸਾਰੇ ਆਰਟੀਕਲਸ ਜਿਹੜੇ ਨੇ ਨਾਈਲਨ ਦੇ ਹੁੰਦੇ ਨੇ, ਜਿਵੇਂ ਸੌਕਸ ਹੋ ਗਏ, ਰੋਪਸ, ਰੱਸੀਆਂ, ਟੈਂਟ, ਟੁੱਥਬਰਸ਼, ਕਾਰ ਸੀਟ, ਬੈਲਟ, ਸਲੀਪਿੰਗ ਬੈਗਸ, ਕਰਟਨਸ ਐਗਜ਼ੈਕਟਰਾ, ਸਾਰੇ ਨਾਈਲਨ ਦੇ ਬਣੇ ਹੁੰਦੇ। ਜਿਹੜੇ ਪਹਾੜੀਆਂ 'ਤੇ ਚੜ੍ਹਦੇ ਨੇ ਨਾ ਅਤੇ ਉਹ ਜਿਹੜੀ ਰੱਸੀ ਦਾ ਯੂਜ਼ ਕਰਦੇ ਨੇ ਉਹ ਵੀ ਨਾਈਲਨ ਦੀ ਹੁੰਦੀ ਹੈ। ਹਾਂਜੀ ਨੈਕਸਟ ਕਹਿੰਦੇ ਇਟ ਇਜ਼ ਆਲਸੋ ਯੂਜ਼ ਫॉर ਮੇਕਿੰਗ ਪੈਰਾਸ਼ੂਟ। ਇਹ ਕੀ ਹੈ ਨਾਈਲਨ ਜਿਹੜਾ ਇਹਨੂੰ ਪੈਰਾਸ਼ੂਟ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈਗਾ। ਅਤੇ ਰੋਪਸ ਫੋਰ ਰੌਕ ਕਲਾਈਮਿੰਗ, ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ, ਰੌਕ ਕਲਾਈਮਿੰਗ ਦੇ ਲਈ ਨਾਈਲਨ ਥਰੈਡ ਐਕਚੁਅਲੀ ਬਹੁਤ ਜ਼ਿਆਦਾ ਇੱਕ ਪਤਲੀ ਜਿਹੀ ਵਾਇਰ ਵਰਗਾ ਹੁੰਦਾ ਹੈ, ਬਟ ਕੀ ਬਹੁਤ ਜ਼ਿਆਦਾ ਹੀ ਇੱਕ ਸਟਰੋਂਗ ਹੁੰਦਾ ਹੈ। ਅੱਗੇ ਇੱਕ ਐਕਟੀਵਿਟੀ ਹੈ, ਕਹਿੰਦੇ ਇੱਕ ਆਇਰਨ ਸਟੈਂਡ ਲੈ ਲਓ, ਕਲੈਂਪ ਲੈ ਲਓ ਜਿੱਦਾਂ ਉਹਨਾਂ ਲਿਆ ਹੈ, ਇੱਕ ਕਾਟਨ ਥਰੈਡ ਉਹਦੇ ਨਾਲ ਬੰਨ੍ਹ ਦਿਓ, ਠੀਕ ਹੈ। ਅਤੇ ਫਿਰ ਤੁਸੀਂ ਉਹਨੂੰ ਕੀ ਫਰੀਲੀ ਹੈਂਗ ਅਪ ਕਰ ਦਿਓ ਜਿਵੇਂ ਫਿਗਰ 'ਚ ਦਿਖਾਇਆ ਗਿਆ। ਇਹ ਪੈਨ ਸੋ ਡੈਟ ਵੇਟ ਕੈਨ ਬੀ ਪਲੇਸਡ ਇਨ ਇਟ। ਹੁਣ ਕੀ ਹੋ ਜਾਏਗਾ, ਜਿਹੜਾ ਵੇਟ ਹੈਗਾ ਉਹਦੇ 'ਤੇ ਹੋ ਜਾਏਗਾ, ਫਿਰ ਉਹਦੇ 'ਤੇ ਕੀ ਥੋੜ੍ਹਾ ਥੋੜ੍ਹਾ ਹੋਰ ਤੁਸੀਂ ਕੀ ਵੇਟ ਪਾਉਣ ਲੱਗ ਜਾਓ, ਉਹਨਾਂ ਤੱਕ ਪਾਈ ਜਾਓ ਜਿੰਨਾ ਤੱਕ ਧਾਗਾ ਟੁੱਟ ਨਹੀਂ ਜਾਂਦਾ। ਅਤੇ ਹੁਣ ਜਦੋਂ ਕਿ ਇਹ ਟੋਟਲ ਵੇਟ ਤੁਸੀਂ ਚੈੱਕ ਕਰਨਾ ਹੈ ਜਿੱਥੇ ਜਾ ਕੇ ਧਾਗਾ ਟੁੱਟ ਗਿਆ। ਇਹ ਵੇਟ ਇੰਡੀਕੇਟ ਕੀ ਕਰਦਾ ਹੈ ਕਿ ਫਾਈਬਰ ਦੀ ਕਿੰਨੀ ਸਟਰੈਂਥ ਸੀ, ਕਿੰਨਾ ਫਾਈਬਰ ਕੋਈ ਵੀ ਜਿਹੜਾ ਜਿਵੇਂ ਕਾਟਨ ਫਾਈਬਰ ਲਿੱਤਾ ਨਾ ਆਪਾਂ, ਅਤੇ ਕਿੰਨਾ ਇਹ ਮਤਲਬ ਕਿ ਇਹ ਭਾਰ ਝੱਲ ਸਕਦਾ ਹੈਗਾ। ਇਹ ਸੇਮ ਐਕਟੀਵਿਟੀ ਤੁਸੀਂ ਵੱਖਰੇ ਵੱਖਰੇ ਥਰੈਡ ਲੈ ਕੇ ਜਿਵੇਂ ਕਿ ਵੂਲ ਦਾ, ਪੋਲੀਸਟਰ, ਸਿਲਕ, ਨਾਈਲਨ, ਇਹਨਾਂ ਸਾਰਿਆਂ ਦੇ ਤੁਸੀਂ ਕੀ ਇਹ ਕਰ ਸਕਦੇ ਹੋ ਚੈੱਕ। ਅੱਗੇ ਪੋਲੀਸਟਰ ਐਂਡ ਆਰਸੈਲਿਕ। ਪੋਲੀਸਟਰ ਤੇ ਇੱਕ ਅਨਦਰ ਸਿੰਥੈਟਿਕ ਫਾਈਬਰ ਹੁੰਦਾ ਹੈ। ਫੈਬਰਿਕ ਜਿਹੜੀ ਫਾਈਬਰ ਜਿਹੜੀ ਹੈਗੀ ਹੈ ਇਹ ਕੀ ਰਿੰਕਲ ਈਜ਼ਲੀ, ਇਹ ਜਿਹੜੀ ਇੱਦਾਂ ਦੀ ਫਾਈਬਰ ਹੁੰਦੀ ਜਿਹਨੂੰ ਰਿੰਕਲ ਮਤਲਬ ਕਿ ਵੱਟ ਨਹੀਂ ਪੈਂਦੇ ਗੇ, ਅਤੇ ਇਹ ਕੀ ਹੈ ਕ੍ਰਿਸਪ ਹੈ ਅਤੇ ਈਜ਼ੀ ਹੋ ਜਾਂਦਾ ਇਹਨੂੰ ਵਾਸ਼ ਕਰਨਾ ਵੀ। ਇਹ ਵੀ ਸੂਟੇਬਲ ਹੈਗੀ ਹੈ ਡਰੈਸ ਮਟੀਰੀਅਲ ਦੇ ਲਈ ਹੁੰਦੀ ਹੈ। ਯੂ ਮਸਟ ਹੈਵ ਸੀਨ ਪੀਪਲ ਵੀਅਰਿੰਗ ਪੋਲੀਸਟਰ ਸ਼ਰਟ। ਤੁਸੀਂ ਦੇਖਿਆ ਹੋਏਗਾ ਕਿ ਪੋਲੀਸਟਰ ਦੀਆਂ ਸ਼ਰਟਸ ਪਹਿਨੀਆਂ ਹੁੰਦੀਆਂ ਨੇ ਜਾਂ ਹੋਰ ਡਰੈਸਿਸ ਹੁੰਦੀਆਂ ਨੇ। ਟੈਰਾਲੀਨ ਇੱਕ ਪੋਪੂਲਰ ਪੋਲੀਸਟਰ ਹੈ। ਇਹਨੂੰ ਕੀ ਹੈ ਇਟ ਕੈਨ ਬੀ ਡਰੋਨ ਇਨਟੂ ਵੈਰੀ ਫਾਈਨ ਫਾਈਬਰ। ਇਹ ਕਿ ਬਹੁਤ ਜ਼ਿਆਦਾ ਹੀ ਵਧੀਆ ਫਾਈਬਰ ਹੈ ਜਿਹਨੂੰ ਕੀ ਇਹ ਵੋਵਨ ਕਰਨਾ ਮਤਲਬ ਕਿ ਉੱਨ ਬਣਾਉਣੀ ਬਹੁਤ ਜ਼ਿਆਦਾ ਈਜ਼ੀ ਹੁੰਦਾ ਹੈ। ਪੈਟ ਮਤਲਬ ਕਿ ਪੋਲੀਥੀਨ ਟੈਟਰਾਥੇਲੇਟ is a very familiar form of a polyester. It is used for making honey. ਪੈਟ ਮਤਲਬ ਕਿ ਇਹਨੂੰ ਬੋਟਲਸ ਜੋ ਆਪਾਂ ਕੋਲਡ ਡਰਿੰਕ ਵਗੈਰਾ ਪੀਂਦੇ ਆ ਨਾ ਉਹ ਵਾਲੀਆਂ ਬੋਟਲਸ ਜਿਹੜੀਆਂ ਹੈਗੀਆਂ ਨੇ ਉਹ ਕੀ ਇਹ ਪੋਲੀਥੀਨ ਟੈਟਰਾਫੇਟ ਜਿਹਨੂੰ ਕਿ ਪੈਟ ਕਹਿੰਦੇ ਆ ਉਹਦੀਆਂ ਬਣਦੀਆਂ ਨੇ। ਇਹਦੇ ਨਾਲ ਕੀ ਨੇ ਬੋਟਲਸ ਬਣਾਈਆਂ ਜਾਂਦੀਆਂ ਨੇ, ਬਰਤਨ ਬਣਾਏ ਜਾਂਦੇ ਨੇ, ਵਾਇਰਸ ਬਣਾਈਆਂ ਜਾਂਦੀਆਂ ਨੇ ਅਤੇ ਕੁਝ ਹੋਰ ਯੂਜ਼ਫੁਲ ਪ੍ਰੋਡਕਟਸ ਵੀ ਬਣਾਏ ਜਾਂਦੇ ਨੇ। ਪੋਲੀਸਟਰ ਇੱਕ ਐਕਚੁਅਲੀ ਬਣੀ ਹੁੰਦੀ ਹੈਗੀ ਹੈ ਰਿਪੀਟਿੰਗ ਯੂਨਿਟ ਹੁੰਦੀ ਕੈਮੀਕਲ ਦੀ, ਜਿਹਨੂੰ ਕੀ ਨਾਮ ਹੈ ਕੈਮੀਕਲ ਦਾ ਐਸਟਰ। ਐਸਟਰ ਕੀ ਕੈਮੀਕਲ ਹੈ ਜਿਹਨੂੰ ਕੀ ਵਿਚ ਗਿਵਸ ਫਰੂਟਸ ਦੇਅਰ ਸਮੈਲ, ਜਿਹਦੀ ਕੀ ਫਰੂਟੀ ਸਮੈਲ ਹੁੰਦੀ ਹੈ। ਫੈਬਰਿਕਸ ਆਰ ਸੋਲਡ ਬਾਈ ਨੇਮ ਲਾਈਕ ਪੋਲੀਕੋਟ। ਫੈਬਰਿਕ ਜਿਹੜੀਆਂ ਸੋਲਡ ਕੀਤੀਆਂ ਜਾਂਦੀਆਂ ਨੇ ਨਾ ਇਹਦੀਆਂ ਤਾਂ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਪੋਲੀਕੋਟ, ਪੋਲੀਵੁੱਡ, ਟੈਰੀਕੋਟ ਐਗਜ਼ੈਕਟਰਾ। ਐਜ਼ ਦਾ ਨੇਮ ਸੁਜੈਸਟ ਥੀਸ ਆਰ ਮੇਡ ਬਾਈ ਮਿਕਸਿੰਗ ਟੂ ਟਾਈਪ ਆਫ ਫਾਈਬਰ। ਪੋਲੀਕੋਟ ਇੱਕ ਐਵੇਂ ਦਾ ਮਿਕਸਚਰ ਸੀ ਪੋਲੀਸਟਰ ਦਾ ਅਤੇ ਕਾਟਨ ਦਾ, ਅਤੇ ਪੋਲੀਵੂਲ ਜਿਹੜਾ ਮਿਕਸਚਰ ਹੈ ਪੋਲੀਸਟਰ ਦਾ ਅਤੇ ਵੂਲ ਦਾ। ਅਸੀਂ ਜਿਹੜੇ ਸਵੈਟਰ ਪਾਉਂਦੇ ਹਾਂ ਜਾਂ ਸ਼ਾਲ ਵਗੈਰਾ ਲੈਂਦੇ ਹਾਂ ਜਾਂ ਕੰਬਲ ਲੈਂਦੇ ਹਾਂ ਨਾ ਸਰਦੀ ਵਿੱਚ, ਕਾਫੀ ਸਾਰੇ ਜਿਹੜੇ ਹੈਗੇ ਨੇ ਨੈਚੁਰਲ ਵੂਲ ਤੋਂ ਨਹੀਂ ਬਣੇ ਹੁੰਦੇ ਗੇ। ਇਹ ਕਿ ਆਪਾਂ ਨੂੰ ਲੱਗਦੇ ਹੀ ਉਨੀ ਲੱਗਦੇ ਹੁੰਦੇ ਨੇ। ਇਹਨਾਂ ਨੂੰ ਕੀ ਬਣਾਇਆ ਜਾਂਦਾ ਇੱਕ ਹੋਰ ਸਿੰਥੈਟਿਕ ਫਾਈਬਰ ਨਾਲ ਜਿਹਦਾ ਨਾਮ ਕੀ ਐਕ੍ਰੈਲਿਕ। ਦਾ ਵੂਲ ਓਬਟੇਨ ਫਰੋਮ ਨੈਚੁਰਲ ਸੋਰਸ ਇਜ਼ ਕੁਆਇਟ ਐਕਸਪੈਂਸਿਵ। ਜਿਹੜੀ ਆਪਾਂ ਨੂੰ ਵੂਲ ਨੈਚੁਰਲ ਮਿਲਦੀ ਹੈ ਨਾ ਉਹ ਕਿ ਥੋੜ੍ਹੀ ਜ਼ਿਆਦਾ ਮਹਿੰਗੀ ਹੁੰਦੀ ਹੈ, ਜਦ ਕਿ ਐਕ੍ਰੈਲਿਕ ਇੱਕ ਇੱਦਾਂ ਦੀ ਹੈਗੀ ਹੈ ਜਿਹੜੀ ਕਿ ਸਸਤੀ ਹੁੰਦੀ ਹੈਗੀ ਹੈ। ਅਤੇ ਦੇ ਆਰ ਅਵੇਲੇਬਲ ਇਨ ਵੈਰਾਇਟੀ ਆਫ ਕਲਰ। ਇਹ ਕਿ ਆਪਾਂ ਨੂੰ ਵੱਖਰੇ ਵੱਖਰੇ ਕਲਰਸ ਤੋਂ ਮਿਲ ਜਾਂਦੀ ਹੈ। ਸਿੰਥੈਟਿਕ ਫਾਈਬਰ ਜਿਹੜੀ ਹੈਗੀ ਕਾਫੀ ਜ਼ਿਆਦਾ ਡਿਊਰੇਬਲ ਹੁੰਦੀ ਹੈ ਅਤੇ ਇਹ ਅਫੋਰਡ ਕਰਨੀ ਵੀ ਈਜ਼ੀ ਹੋ ਜਾਂਦੀ ਹੈਗੀ ਹੈ। ਤੁਸੀਂ ਪੜ੍ਹਿਆ ਹੋਏਗਾ ਕਿ ਐਕਟੀਵਿਟੀ ਬਰਨਿੰਗ ਨੈਚੁਰਲ ਔਰ ਸਿੰਥੈਟਿਕ ਫਾਈਬਰ ਨੂੰ ਕਰਕੇ ਦੇਖ ਸਕਦੇ ਹੋ, ਜਾਂ ਤੁਸੀਂ 7th ਕਲਾਸ 'ਚ ਕੀਤੀ ਵੀ ਹੈ।
ਤੁਸੀਂ ਓਬਜ਼ਰਵ ਕੀਤਾ ਕਿ ਵੈਨ ਯੂ ਬਰਨ ਸਿੰਥੈਟਿਕ ਫਾਈਬਰ, ਜਦੋਂ ਤੁਸੀਂ ਕਿਸੇ ਵੀ ਸਿੰਥੈਟਿਕ ਫਾਈਬਰ ਨੂੰ ਜਲਾਇਆ ਤਾਂ ਉਹਦਾ ਬਿਹੇਵੀਅਰ ਡਿਫਰੈਂਟ ਸੀ ਨੈਚੁਰਲ ਫਾਈਬਰਸ ਦੇ ਨਾਲੋਂ। ਨੋਟਿਸ ਕੀਤਾ ਕਿ ਸਿੰਥੈਟਿਕ ਫਾਈਬਰ ਹੀਟ ਕਰਨ 'ਤੇ ਸਿੰਥੈਟਿਕ ਫਾਈਬਰ ਮੈਲਟ ਹੋ ਗਏ, ਅਤੇ ਇਹ ਐਕਚੁਅਲੀ ਕੀ ਹੈ ਡਿਸਐਡਵਾਂਟੇਜਿਸ ਹੈ ਸਿੰਥੈਟਿਕ ਫਾਈਬਰ ਦੀ। ਅਗਰ ਕਲੋਥ ਨੇ ਕੈਚ ਕਰ ਲਿੱਤੀ ਫਾਇਰ ਤਾਂ ਉਹ ਮਤਲਬ ਕਿ ਉਹ ਡਿਜ਼ਾਸਟਰ ਹੋ ਗਿਆ, ਮਤਲਬ ਉਹ ਤਾਂ ਬਹੁਤ ਜਲਦੀ ਕੀ ਅੱਗ ਨੂੰ ਕੈਚ ਕਰੇਗਾ। ਦਾ ਫੈਬਰਿਕ ਮੈਲਟ ਐਂਡ ਸਟਿਕਸ ਟੂ ਦਾ ਬੋਡੀ ਆਫ ਦਾ ਪਰਸਨ ਵੀਰਿੰਗ ਇਟ, ਇਹ ਤਾਂ ਫੈਬਰਿਕ ਮੈਲਟ ਹੋ ਜਾਏਗਾ ਅਤੇ ਪਰਸਨ ਜਿਹਨੇ ਪਾਈ ਹੋਏਗੀ ਉਹ ਚੀਜ਼ ਉਹ ਵੀ ਕੀ ਗਾ ਜਲ ਜਾਏਗਾ। ਸੋ ਇਟ ਵੀ ਸ਼ੁੱਡ ਦੇਅਰ ਫੋਰ ਨਾਟ ਵੇਅਰ ਸਿੰਥੈਟਿਕ ਫਾਈਬਰ ਸਿੰਥੈਟਿਕ ਕਲੋਥ ਵਾਈਲ ਵਰਕਿੰਗ ਇਨ ਦਾ ਕਿਚਨ। ਇਸ ਕਰਕੇ ਕਹਿੰਦੇ ਆ ਨਾ ਕਿ ਨਾਇਲਨ ਦੇ ਕੱਪੜੇ ਪਾ ਕੇ ਤੁਸੀਂ ਕਿਚਨ 'ਚ ਨਹੀਂ ਜਾਣਾ। ਨਾਓ ਆਲ ਦਾ ਸਿੰਥੈਟਿਕ ਫਾਈਬਰ ਆਰ ਪ੍ਰੀਪੇਅਰਡ ਬਾਏ ਨੰਬਰ ਆਫ ਪ੍ਰੋਸੈਸ। ਸਾਰੇ ਸਿੰਥੈਟਿਕ ਫਾਈਬਰ ਜਿਹੜੇ ਨੇ ਉਹ ਨੰਬਰ ਆਫ ਪ੍ਰੋਸੈਸ ਤੋਂ ਬਣੇ ਹੁੰਦੇ ਨੇ ਯੂਜ਼ਿੰਗ ਰਾ ਮਟੀਰੀਅਲ ਆਫ ਪੈਟਰੋਲੀਅਮ ਓਰੀਜਨ, ਜਿਹੜਾ ਕਿ ਪੈਟਰੋਲੀਅਮ ਓਰੀਜਨ ਤੋਂ ਬਣੇ, ਜਿਹਨੂੰ ਕੀ ਕਹਿੰਦੇ ਨੇ ਪੈਟਰੋਕੈਮੀਕਲਸ। ਠੀਕ ਹੈ ਜੀ।